कि जेकर हुण श्रोमणी अकाली दल सरकार बनाउंदी है तां की तुसीं जिहड़े बिजली समझौते कीते होए ने ओह रद्द करोगे? ਇਹਦੇ ਤੋਂ ਬਿਨਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਤਲਬ 10 ਲੱਖ ਦਾ ਬੀਮਾ ਹੈ, ਕੀ ਇਹ ਪ੍ਰਬੰਧ ਹੋਵੇਗਾ ਕਿ ਨਿੱਜੀ ਹਸਪਤਾਲ ਦੇ ਵਿੱਚ ਨਹੀਂ ਸਰਕਾਰੀ ਹਸਪਤਾਲ 'ਚ ਇਲਾਜ ਹੋ ਜਾਵੇ? ਜਿੰਨਾ ਵੀ ਕੁਝ ਪ੍ਰਾਈਵੇਟੇਸ਼ਨ ਹੋਇਆ ਹੈ WTO ਦੀਆਂ ਸਮਝੌਤਿਆਂ ਦੇ ਅਨੁਸਾਰ, ਤੁਸੀਂ ਤਕਰੀਬਨ 7 ਸਾਲ ਮਤਲਬ ਬੀਜੇਪੀ ਦੇ ਨਾਲ ਰਾਜ ਕੀਤਾ ਕੇਂਦਰ 'ਚ, 7 ਸਾਲ WTO ਦੇ ਖਿਲਾਫ ਤੁਸੀਂ ਕਦੇ ਨਹੀਂ ਬੋਲੇ। ਸਾਨੂੰ ਲੱਗਦਾ ਅੱਜ ਜਿਹੜੇ ਕਾਨੂੰਨ ਇਹ ਲਾਗੂ ਹੋਏ ਖਲੇ ਨੇ ਇਹ WTO ਦੀ ਦੇਣ ਹੈ। ਜੇ ਉਹਨਾਂ 7 ਸਾਲਾਂ 'ਚ ਤੁਸੀਂ ਇਹ ਫਰਜ਼ ਨਿਭਾਇਆ ਹੁੰਦਾ ਕਿ ਇਹਦੇ ਖਿਲਾਫ ਬੋਲੇ ਹੁੰਦੇ WTO ਦੇ, ਤਾਂ ਅੱਜ ਜਿਹੜੀ ਇਹ ਸਾਡੇ ਗੱਲ ਨਹੀਂ ਸੀ ਪੈਣੀ। ਰੋਡਵੇਜ਼ ਖਤਮ, ਰੇਲਵੇ ਪ੍ਰਾਈਵੇਟ ਹੋ ਰਿਹਾ, ਸਾਡੇ ਇੱਕ ਸਟੇਸ਼ਨ ਤੇ ਜਿੱਥੇ 17 ਮੁਲਾਜ਼ਮ ਸੀ ਅੱਜ ਇੱਕ ਨਹੀਂ ਹੈਗਾ। ਸੋ ਇਹ ਆ ਕਿ ਤੁਸੀਂ ਇਹਨਾਂ ਸਾਰੇ ਸਮਝੌਤਿਆਂ ਤੋਂ ਬਾਹਰ ਆਓਗੇ। ਵੈਟਰਨਰੀ ਡਿਪਾਰਟਮੈਂਟ ਸਾਰਾ ਠੇਕੇ ਤੇ ਆ, ਰੋਡਵੇਜ਼ ਰੇਲਵੇਜ਼ ਸਾਰਾ ਠੇਕੇ ਤੇ ਆ। ਕੀ ਸਮਝੌਤਿਆਂ ਤੋਂ ਬਾਹਰ ਆਓਗੇ? ਤੁਸੀਂ ਕਹਿ ਰਹੇ ਹੋ ਕਿ 1 ਲੱਖ ਅਸੀਂ ਸਰਕਾਰੀ ਤੇ 10 ਲੱਖ ਪ੍ਰਾਈਵੇਟ ਨੌਕਰੀਆਂ ਦਿਆਂਗੇ, ਜਿਹਦਾ ਮਤਲਬ ਇਹ ਆ ਕਿ ਤੁਸੀਂ ਮਤਲਬ 10 ਗੁਣਾ ਪ੍ਰਾਈਵੇਟੇਸ਼ਨ ਨੂੰ ਵਧਾਓਗੇ ਅੱਗੇ ਨਾਲੋਂ। ਦੂਜਾ ਮੇਰਾ ਇਹ ਹੈ ਕਿ ਕਾਨੂੰਨਾਂ ਬਾਰੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਲੱਗਦਾ ਕਿ ਦੂਰਾ ਸਟੈਂਡ ਲਿਆ ਹੈ, ਕਿਉਂਕਿ ਪਹਿਲਾਂ ਅਸੀਂ ਤੁਹਾਡੀਆਂ ਵੀਡੀਓ ਵੇਖੀਆਂ, ਤੁਸੀਂ ਮਤਲਬ ਰੱਜ ਕੇ ਇਹਨਾਂ ਦੇ ਹੱਕ 'ਚ ਭੁਗਤ ਰਹੇ ਸੀ। ਜਦੋਂ ਲੋਕਾਂ ਦਾ, ਕਿਸੇ ਜਥੇਬੰਦੀ ਦਾ ਨਹੀਂ, ਲੋਕਾਂ ਦੇ ਪ੍ਰੈਸ਼ਰ ਕਰਕੇ ਤੁਹਾਨੂੰ ਵਾਪਸ ਆਉਣਾ ਪਿਆ ਹੈ। ਸਾਨੂੰ ਲੱਗਦਾ ਵੀ ਅੱਜ ਜਿੰਨਾ ਕੁ ਕਿਸਾਨ ਔਖੇ ਹੋਏ ਖੜੇ ਨੇ, ਇਹਦੇ ਵਿੱਚ ਤੁਹਾਡੇ ਵੱਲੋਂ ਕੀਤੀ ਹੋਈ ਅਣਗਹਿਲੀ ਕਹਿ ਲਓ, ਗਲਤੀ ਕਹਿ ਲਓ, ਇਹਨੇ ਵੀ ਵੱਡਾ ਰੋਲ ਅਦਾ ਕੀਤਾ ਹੈ ਕਿ ਅੱਜ ਜਿਹੜਾ ਬੀਜੇਪੀ ਸਾਨੂੰ ਇੰਨਾ ਮਤਲਬ ਤੰਗ ਕਰੀ ਪਿਆ। ਬਸ ਛੋਟੀ ਜਿਹੀ ਨਹੀਂ, ਇੱਕ ਬਸ ਇੱਕ ਹਮੇਸ਼ਾ ਤੁਹਾਡਾ ਪਿਛਲੀ ਵਾਰੀ ਪੜਿਆ ਸੀ ਰਾਜ ਨਹੀਂ ਸੇਵਾ। ਠੀਕ ਹੈ, ਜੇ ਰਾਜ ਨਹੀਂ ਸੇਵਾ ਕਰਦੇ ਤੇ ਬੜੀ ਚੰਗੀ ਗੱਲ ਸੀ, ਪਰ ਮੈਂ ਇਹਨਾਂ ਨੂੰ ਛੱਡ ਕੇ ਪਾਸੇ ਇੱਕ ਗੱਲ ਕਰਨਾ ਕਿ ਮੈਂ ਤੁਹਾਡੇ ਕਈ MLA ਗਿਣਾ ਸਕਣਾ ਜਿਹੜੇ ਇਲੈਕਸ਼ਨ ਲੜਨ ਤੋਂ ਪਹਿਲਾਂ ਮਤਲਬ ਇੱਕ ਕਿਰਤੀ ਦਾ ਵਜੋਂ ਕੰਮ ਕਰਦੇ ਸੀ। ਸਲਾਮ ਹੈ ਉਹਨਾਂ ਦੀ ਕਿਰਤ ਨੂੰ, ਸਲਾਮ ਹੈ ਉਹਨਾਂ ਦੇ ਕਿਰਤੀ ਪੁਣੇ ਨੂੰ, ਜਿੰਨਾ ਚਿਰ ਉਹ ਕਿਰਤ ਕਰਦੇ ਸੀ। ਪਰ ਇਲੈਕਸ਼ਨ ਲੜਨ ਤੋਂ ਬਿਨਾਂ ਬਾਅਦ ਅੱਜ ਤਕਰੀਬਨ ਉਹ 300 ਕਰੋੜ ਦੇ ਮਾਲਕ ਨੇ। ਸੋ ਇਹ ਹੈ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਇਕੱਲਾ ਕਰਦਾ ਹੈ, ਇਹ ਕਾਂਗਰਸ ਵੀ ਕਰਦੀ ਹੈ, ਹੋਰ ਪਾਰਟੀਆਂ ਵੀ ਕਰਦੀਆਂ ਨੇ। ਪਰ ਅੱਜ ਆਪਾਂ ਇੱਥੇ ਗੱਲ ਤੁਹਾਡੇ ਨਾਲ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੰਬੰਧ ਵਿੱਚ। ਸੋ ਮੈਂ ਤੁਹਾਨੂੰ ਕਈ ਇਹੋ ਜਿਹੇ MLA ਗਿਣਾ ਸਕਣਾ। ਜੇ ਹੁਣ ਸਰਕਾਰ ਬਣਦੀ ਤੇ ਕੀ ਇਹਦੇ ਤੇ ਕੋਈ ਰੋਕ ਲਾਓਗੇ? ਮੇਰਾ ਆਖਰੀ ਹੈ ਕਿ ਜਿਵੇਂ 10 ਸਾਲ ਰਾਜ ਕੀਤਾ ਸ਼੍ਰੋਮਣੀ, ਮੇਰੇ ਕਿਸਾਨ ਭਰਾ ਸਾਰੇ ਦੱਸ ਸਕਦੇ ਨੇ, ਨਾ ਕਦੇ ਕਿਸੇ ਪਟਵਾਰੀ ਨੇ ਫੀਸ ਘਟਾਈ, ਉਨੀ ਲੈਂਦੇ ਸੀ, ਨਾ ਕਦੇ ਤਹਿਸੀਲਦਾਰ ਨੇ ਫੀਸ ਘਟਾਈ, ਉਨੀ ਲੈਂਦੇ ਸੀ। ਸਰਕਾਰੀ ਹਸਪਤਾਲਾਂ 'ਚ ਡਾਕਟਰ ਉਨੀ ਫੀਸ ਲੈਂਦੇ ਸੀ। ਆ ਮੇਰੇ DSP ਸਾਹਿਬ ਖੜੇ ਨੇ, ਥਾਣਿਆਂ ਦੀ ਫੀਸ ਕਦੇ ਨਹੀਂ ਘਟੀ, ਥਾਣਿਆਂ 'ਚ SHO ਦੀ ਥਾਣੇਦਾਰ ਦੀ ਫੀਸ ਉਨੀ ਹੀ ਰਹੀ। ਮਤਲਬ ਰਿਸ਼ਵਤ ਨੂੰ ਇੱਕ ਰਤੀ ਵੀ ਸ਼੍ਰੋਮਣੀ ਅਕਾਲੀ ਦਲ ਠੱਲ ਨਹੀਂ ਪਾ ਸਕੀ। ਕਿ ਹੁਣ ਇਹਨਾਂ ਗੱਲਾਂ ਤੇ ਕੋਈ ਲੋਕ ਕਰਨ, ਤੁਹਾਡੇ ਤੇ ਆਸ ਵੀ ਅੱਗੇ ਤੁਸੀਂ ਪੂਰੀਆਂ ਕਰੋਗੇ? ਜੀ ਜੀ ਜੀ। ਸਭ ਤੋਂ ਪਹਿਲੇ ਮੈਂ ਆ ਜਿਹੜੇ ਕਾਲੇ ਕਾਨੂੰਨ ਦੀ ਗੱਲ ਕਰਾਂਗੇ। ਜੇ ਇਹਦਾ ਬੈਕਗ੍ਰਾਉਂਡ ਜਾਈਏ, ਕਾਲੇ ਜਿਹੜੇ ਕਾਨੂੰਨ ਹੈ ਉਹ ਯਾਰ ਜਿਹੜੇ ਕਾਲੇ ਕਾਨੂੰਨ ਹੈ ਆ ਬੰਨੇ ਸ਼ੁਰੂ ਕਿਦੋਂ ਹੋਏ? 1992। ਨਹੀਂ, ਆ ਜਦੋਂ 7 ਚੀਫ ਮਿਨਿਸਟਰਾਂ ਦੀ ਮੀਟਿੰਗ ਕਮੇਟੀ ਬਣਾਈ ਗਈ, ਜਿਹਦੇ ਵਿੱਚ ਪੰਜਾਬ ਦਾ ਕੈਪਟਨ ਅਮਰਿੰਦਰ ਸਿੰਘ, ਮੱਧ ਪ੍ਰਦੇਸ਼ ਦਾ ਕਮਲਨਾਥ ਤੇ 5 BJP ਦੇ। 2 ਸਾਲ ਤੱਕ ਕਿਸੇ ਨੂੰ ਨਹੀਂ ਪਤਾ ਸੀ, ਨਾ ਤੁਹਾਨੂੰ ਤੇ ਨਾ ਸਾਨੂੰ, ਕਿ ਆ ਮੀਟਿੰਗਾਂ ਚੱਲਦੀਆਂ ਰਹੀਆਂ। ਕਾਨੂੰਨ ਕਿਦੋਂ ਬਣਦਾ? ਕਾਨੂੰਨ ਬਣਦਾ ਹੈ ਪਾਰਲੀਮੈਂਟ 'ਚ। ਪਾਰਲੀਮੈਂਟ ਕੈਬਨਿਟ 'ਚ ਕਾਨੂੰਨ ਨਹੀਂ ਬਣਦੇ। ਜਦੋਂ ਕੈਬਨਿਟ 'ਚ ਆਇਆ ਪਹਿਲੇ ਦਿਨ ਅਸੀਂ ਹਰਸਿਮਰਤ ਨੇ ਉਦੋਂ ਕਿਹਾ ਉਹਨਾਂ ਨੂੰ ਕਿ ਜੀ ਆ ਇਹਦੇ ਪਾਸ ਕਰਨ ਤੋਂ ਪਹਿਲੇ ਤੁਸੀਂ ਸਟੇਕ ਹੋਲਡਰ ਨੂੰ ਪੁੱਛੋ। ਉਹਨਾਂ ਨੇ ਕੀ ਕਿਹਾ ਜਵਾਬ? ਜੇ ਸਿਮਰਤ ਨੇ ਉਹਨਾਂ ਹਾਊਸ 'ਚ ਕਿਹਾ ਤੁਹਾਡੇ ਸਾਹਮਣੇ, ਪ੍ਰਧਾਨ ਮੰਤਰੀ ਸਾਹਮਣੇ, ਮੈਂ ਤੁਹਾਡੇ ਸਾਹਮਣੇ ਕਹਿ ਰਿਹਾ, ਉਦੋਂ ਕਿਹਾ ਸੀ ਤੇ ਮੰਤਰੀਆਂ ਸਾਹਮਣੇ। ਉਹਨਾਂ ਨੇ ਕੀ ਕਿਹਾ? ਉਹ ਕਹਿੰਦੇ ਜੀ ਆਹ ਤਾਂ ਇੱਕ ਪ੍ਰਪੋਜ਼ਲ ਹੈ, ਤੁਸੀਂ ਕਿਸਾਨਾਂ ਕੋਲੇ ਜਾਓ, ਪੁੱਛੋ ਕੀ ਚਾਹੀਦਾ, ਅਸੀਂ ਸਾਰਾ ਕੁਝ ਜੋੜ ਲਾਂਗੇ ਕਰਾਂਗੇ। ਤੁਹਾਨੂੰ ਯਾਦ ਹੋਣਾ ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਮਿਲ ਕੇ ਫਿਰ ਮੈਨੂੰ ਪੁੱਛਿਆ ਕੀ ਚਾਹੁੰਦੇ ਹੋ। ਮੈਨੂੰ ਲਿਸਟ ਦਿੰਦੇ ਸੀ, ਪਹਿਲੇ ਛੋਟੀ ਲਿਸਟ ਸੀ, ਮੈਂ ਲੈ ਕੇ ਗਿਆ, ਉਹ ਕਹਿੰਦੀ ਆਹ ਕਰ ਸਕਦੇ ਆ। ਫਿਰ ਮੈਂ ਆਉਂਦਾ ਜਾਂਦਾ ਰਿਹਾ, ਕਿਉਂਕਿ ਅਸੀਂ ਅਲਾਈਅੰਸ ਦੇ ਪਾਰਟਨਰ ਹੈ। ਸਾਨੂੰ ਉਦੋਂ ਕੀ ਪਤਾ ਸੀ ਜਿਹੜਾ ਕੀ ਹੋਣਾ। ਅਸੀਂ ਕੋਸ਼ਿਸ਼ ਕੀਤੀ ਕਿ ਜੋ ਭਾਵਨਾ ਹੈ ਉਹ ਪੂਰੀ ਗੱਲਾਂ ਚੱਲਦੀਆਂ ਰਹੀਆਂ। ਮੈਂ ਉਹਨਾਂ ਨੂੰ ਕਿਹਾ ਸੀ ਕਿ ਕਾਨੂੰਨ ਨਾ ਬਣਾਇਓ ਜਦੋਂ ਤੱਕ ਅਸਹਿਮਤੀ ਨਹੀਂ।
ਜਦੋਂ ਇੱਕਦਮ ਹੀ ਸੈਸ਼ਨ ਆ ਗਿਆ, ਜਿਵੇਂ ਵਿੰਟਰ ਸੈਸ਼ਨ ਆਉਂਦਾ ਹੈ, ਅਸੀਂ ਦੇਖਿਆ ਰਿਕਾਰਡ ਦੇ ਵਿੱਚ ਕਿ ਕਾਨੂੰਨ ਪਾਰਲੀਮੈਂਟ ਦੇ ਐਕਟ ਉੱਥੇ ਵਿੱਚ ਆ ਗਏ। ਮੈਂ ਮੇਰੇ ਨਾਲ ਭੁੰਦੜ ਸਾਹਿਬ ਸੀ ਤੇ ਮਤਲਬ ਸ਼ਾਇਦ ਚੰਦੂ ਮਹਾਰਾਜ ਜੀ, ਅਸੀਂ ਗਏ ਉਹਨਾਂ ਕੋਲ, ਨੱਡਾ ਜਿਹੜਾ ਪ੍ਰਧਾਨ ਹੈ ਨਾ, ਮੈਂ ਕਿਹਾ ਜੀ ਇਹਨੂੰ ਤੁਸੀਂ ਪੋਸਟਪੋਨ ਕਰੋ, ਤੁਸੀਂ ਜਾਂ ਪਾਰਲੀਮੈਂਟ ਕਮੇਟੀ ਆ ਐਕਟ ਵੀ ਆਉਣਾ ਚਾਹੀਦਾ ਜਦੋਂ ਤੱਕ ਸਾਰੀ ਸਹਿਮਤੀ ਨਹੀਂ ਹੁੰਦੀ। ਉਹ ਕਹਿੰਦੇ ਕਿ ਦੇਖਦੇ ਆ, ਪਰ ਜਦੋਂ ਆ ਗਿਆ ਉਹਦੇ ਵਿੱਚ ਉਹ ਅਸੀਂ ਕਿਹਾ ਫਿਰ ਅਸੀਂ ਨਹੀਂ ਰਹਿ, ਅਸੀਂ ਉਹਨੂੰ ਕਹਿਤਾ ਸੀ, ਕਹਿੰਦੇ ਜੇ ਧੱਕਾ ਕਰੋਗੇ ਫਿਰ ਅਸੀਂ ਨਹੀਂ ਰਹਿੰਦੇ। ਅਸੀਂ ਉੱਥੇ ਸੈਸ਼ਨ ਦੇ ਸਾਰਿਆਂ ਸ਼ਬਰੀਆਂ ਅਸੀਂ ਅਸਤੀਫਾ ਦਿੱਤਾ ਤੇ ਇੱਕ ਤੁਸੀਂ ਹੋਰ ਦੱਸੋ ਤੁਹਾਡਾ ਕੀ ਬਿਆਨ ਸੀ ਉਦੋਂ ਕਿ ਜਿਹੜਾ ਬਾਈਕਾਟ ਕਰੂਗਾ ਮਤਲਬ ਕੀ ਉਹਦਾ, ਇਸ ਸਹਿਮਤੀ ਦੇ ਕੱਲੇ 2 MP ਹੈ ਜਿਨ੍ਹਾਂ ਨੇ ਬਾਈਕਾਟ ਨਹੀਂ ਕੀਤਾ, ਠੋਕ ਕੇ ਵੋਟ ਪਾਈ ਅਗੇਂਸਟ, ਮੈਂ ਤੇ ਹਰਸਿਮਰਤ। ਆਮ ਆਦਮੀ ਪਾਰਟੀ ਚਲੀ ਗਈ ਬਾਹਰ ਪਾਰਲੀਮੈਂਟ ਚ, ਕਾਂਗਰਸ ਵੀ ਚਲੀ ਗਈ। ਕਿਹੜੇ ਮਹੀਨੇ ਦੀ ਤੁਸੀਂ ਗੱਲ, ਉਹ ਜਦੋਂ ਐਕਟ ਪਾਸ ਹੋਇਆ, ਜਦੋਂ ਐਕਟ ਪਾਸ ਹੋਇਆ, ਪਰ ਇਹ ਸਾਡਾ ਇਹ ਤੁਹਾਡੀ ਗੱਲ ਮੈਂ ਤੁਹਾਨੂੰ ਅੱਜ ਦੱਸਦਾ, ਜਿਵੇਂ ਤੁਸੀਂ ਹੁਣ ਕਮੇਟੀ ਹੈ ਸੰਯੁਕਤ ਕਮੇਟੀ, ਤੁਸੀਂ ਲਗਾਤਾਰ ਤੁਸੀਂ ਦੇਖੋ ਮੀਟਿੰਗ ਕਰ ਹੀ ਰਹੇ ਹੋ ਨਾ ਸੈਂਟਰ ਨਾਲ ਕਿ ਕੋਈ ਹੱਲ ਨਿਕਲੇ। ਅਸੀਂ ਵੀ ਜਿਵੇਂ ਸਮਝ ਲਓ ਅਸੀਂ ਵੀ ਉਦੋਂ ਹੱਲ ਕਰ ਰਹੇ ਸੀ, ਹੱਲ ਨਿਕਲੇ, ਪਰ ਜਦੋਂ ਉਹਨਾਂ ਨੇ ਕਿਹਾ ਨਹੀਂ ਹੱਲ ਦੇਣਾ, ਅਸੀਂ ਇਸ ਕਿਸਾਨਾਂ ਦਾ ਸਾਥ ਦਿੱਤਾ। ਅਸੀਂ 30 ਸਾਲ ਦੀ ਸਾਥ, ਮੈਨੂੰ ਬਾਦਲ ਸਾਹਿਬ ਦਾ ਵੱਡਿਆਂ ਦਾ ਫੋਨ ਆਇਆ, ਕਹਿੰਦਾ ਕਾਕਾ ਆਪਾਂ ਬਿਲਕੁਲ ਨਹੀਂ ਰਹਿ ਸਕਦੇ ਨਾਲ ਜਿਹੜੇ ਆਪਣੀ ਪੰਜਾਬ, ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜੇ ਕਿਸਾਨੀ ਦੀ ਆਪਾਂ ਗੱਲ ਕਰੀਏ ਨਾ, 90% ਤੋਂ 95% ਮੰਡੀਆਂ ਤੁਸੀਂ RTI ਕਢਾ ਲਓ, ਉਦੋਂ ਬੜੀਆਂ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ, ਜਿੰਨੀਆਂ ਕੱਸੀਆਂ ਖਾਲੇ ਪ੍ਰੋਗਰਾਮ ਬਾਦਲ ਸਾਹਿਬ, ਜਿੰਨੇ ਟਿਊਬਲ ਕਨੈਕਸ਼ਨ ਦਿੱਤੇ ਗਏ ਅੱਜ 16 ਲੱਖ ਚੋਂ 12 ਲੱਖ ਅਕਾਲੀ ਸਰਕਾਰ, ਟਿਊਬਲਾਂ ਦੇ ਬਿੱਲ ਮਾਫ ਅਕਾਲੀ ਸਰਕਾਰ। ਅਸੀਂ ਦੱਸਿਆ ਕੀ ਹੈ, ਆਪਾਂ ਸਾਡੇ ਚ ਵਿਕਸੋ ਸਕਦੇ, ਮੇਰੇ ਚ ਪਰ ਆਪਣੀ ਆਪ ਬਿਜਲੀ ਦੇ ਸਮਝੌਤੇ ਨਹੀਂ ਕਰਦੇ। ਆਹ ਇੱਕ ਗੱਲ ਦੱਸਦਾ, ਆਹ ਪ੍ਰਾਈਵੇਟ ਪਲਾਂਟ ਨਹੀਂ ਹੈ, ਆਹ ਸਮਝ ਲਓ ਸਰਕਾਰੀ ਪਲਾਂਟ ਹੈ। ਆਹ ਜਿਹੜੇ ਪਲਾਂਟ ਸਭ ਤੋਂ ਮੈਂ ਜੇ ਸਭ ਤੋਂ ਸਸਤੇ ਜੇ ਬਿਜਲੀ ਦੇ ਪਲਾਂਟ ਲੱਗੇ ਆ, ਆਹ ਲੱਗੇ ਆ 2 ਰੁਪਏ 86 ਪੈਸੇ। ਕਿਹੜੇ ਤਲਵੰਡੀ ਸਾਬੋ ਤੇ ਜਿਹੜਾ ਹੈਗਾ ਨਾ ਰਾਜਪੁਰ ਵਾਲਾ 2 ਰੁਪਏ 86। ਮੈਨੂੰ ਲੱਗਦਾ ਤੁਹਾਨੂੰ ਪਤਾ ਹੋਗਾ ਕਿ ਅੱਜ ਪੰਜਾਬ ਦੀ ਟੋਟਲ ਪ੍ਰੋਡਕਸ਼ਨ ਦਾ ਕਿੰਨੇ % ਜਿਹੜਾ ਉਹ ਪ੍ਰਾਈਵੇਟ ਪ੍ਰੋਡਕਸ਼ਨ ਹੈ। ਪ੍ਰਾਈਵੇਟ ਪ੍ਰੋਡਕਸ਼ਨ ਇੰਨੀ ਨਹੀਂ ਹੈ, ਕਿੰਨਾ ਮਤਲਬ ਟੋਟਲ ਪ੍ਰੋਡਕਸ਼ਨ ਲੱਗਦਾ ਪੰਜਾਬ ਦੀ ਜਿਹੜੀ ਹੈਗੀ ਉਹਦਾ ਕਿੰਨੇ % ਜਿਹੜਾ ਪ੍ਰਾਈਵੇਟ ਹੈ। ਇਹ ਸਰਕਾਰ ਪੈਸਾ ਸਾਡੇ ਜਦੋਂ ਪੈਸਾ ਖਤਮ ਹੋ ਗਿਆ ਸਮਾਨ ਪੈਸਾ ਉਹਨਾਂ ਨੇ ਲਾਇਆ, ਪਰ ਉਹ ਬਿਜਲੀ ਬਾਹਰ ਨਹੀਂ ਭੇਜ ਸਕਦੇ। ਜੇ ਅਸੀਂ ਕਹੋਗੇ ਬਿਜਲੀ ਨਹੀਂ ਕਹਿੰਦਾ ਬੰਦ ਕਰਨਾ ਪੈਣਾ ਸਾਨੂੰ, ਬੜਾ ਪਿੱਛੇ ਤੇ ਇਸ ਕਰਕੇ ਮੈਂ ਤਾਂ ਕਿਹਾ, ਮੈਂ ਕਿਹਾ ਪਸੰਦ ਨਹੀਂ ਹੈ ਤਾਂ ਬੰਦ ਕਰ ਦਿਓ। ਮੈਂ ਕਾਂਗਰਸ ਨੂੰ ਕਹਿੰਦਾ ਬੰਦ ਕਰ ਦਿਓ, ਪਰ ਇੱਕ ਗੱਲ ਬਿਜਲੀ ਦਾ ਇੰਤਜ਼ਾਮ ਕਰ ਲਿਓ, ਕਿਉਂਕਿ ਅੱਜ ਕੀ ਹੈ, ਜੇ ਆਪਾਂ ਬੰਦ ਕਰ ਦਿੰਦੇ ਬਿਜਲੀ ਲਿਆਵਾਂਗੇ ਕਿੱਥੋਂ? 12 ਰੁਪਏ ਯੂਨਿਟ ਐਕਟੀ ਜੋ ਗਰਮੀ ਹੋਈ ਨਾ, 12 ਰੁਪਏ ਯੂਨਿਟ ਇਹਨਾਂ ਨੇ ਲੈਤੀ ਹੈ ਬਿਜਲੀ। ਤੀਜੀ ਗੱਲ ਮੈਂ ਜਿਹੜੇ ਕਰਨਾ ਚਾਹਣਾ, ਮੈਂ ਜਿਹੜੇ ਸੇਵਾ ਕੇਂਦਰ ਪਿੰਡਾਂ 'ਚ ਖੋਲੇ ਸੀ, ਮਤਲਬ ਕੀ ਸੀ, ਤੁਹਾਨੂੰ ਪਟਵਾਰੀ ਕੋਲੇ ਜਾਣ ਦੀ ਲੋੜ ਨਾ ਪਏ, ਤੁਹਾਨੂੰ ਤਹਿਸੀਲਦਾਰ ਕੋਲੇ ਜਾਣ ਦੀ ਲੋੜ ਨਾ ਪਏ। ਆਹ ਸਿਸਟਮ ਬਣਾਇਆ ਸੀ ਕੰਪਿਊਟਰਾਈਜ਼ ਕਿ ਸੇਵਾ ਕੇਂਦਰ ਜਾਓ, ਜੇ 10 ਰੁਪਏ ਲਿਖਿਆ ਉਹਦੇ 'ਚ ਕਰਕੇ ਔਨ ਸਾਰੇ ਨੇ ਬੰਦ ਕਰ ਦਿੱਤਾ। ਤਾਂ ਇਸ ਕਰਕੇ ਮੈਂ ਕਹਿੰਦਾ ਤੁਸੀਂ ਡਿਵੈਲਪਮੈਂਟ ਦੇਖ ਲਓ ਪਿੰਡਾਂ ਦੀ। ਮੈਂ ਤੁਹਾਨੂੰ ਅੱਜ ਦਾ ਕਹਿਣਾ ਚਾਹਣਾ, ਜੋ ਅਸੀਂ ਕਿਹਾ, ਜੇ 10 ਲੱਖ ਰੁਪਏ ਅਸੀਂ ਇਲਾਜ ਦਾ ਕਿਹਾ ਹੈ, ਅਸੀਂ ਕਿਹਾ ਭਾਵੇਂ ਤੁਸੀਂ ਪ੍ਰਾਈਵੇਟ ਕਰ ਲਓ। ਮੈਂ ਕੀ ਕਰਨ ਸੋਚਿਆ, 500 ਬੈੱਡ ਦਾ ਸਰਕਾਰੀ ਹਸਪਤਾਲ ਹਰ ਜ਼ਿਲ੍ਹੇ ਹੈੱਡਕੁਆਟਰ ਤੇ ਬਣਾਉਣਾ। ਜ਼ਿਲ੍ਹੇ ਹੈੱਡਕੁਆਟਰ ਮੈਡੀਕਲ ਕਾਲਜ, ਜਦੋਂ ਮੈਡੀਕਲ ਕਾਲਜ ਬਣ ਜਾਂਦਾ ਨਾ, ਉਹਦੇ ਨਾਲ ਕੀ ਹੁੰਦਾ ਹੈ ਕਿ ਸਾਰੀਆਂ ਇਕਵਿਪਮੈਂਟ ਉੱਥੇ ਆ ਜਾਂਦੀਆਂ। ਤਾਂ ਤੁਸੀਂ ਮੇਰੇ ਇਸ ਟੈਨਿਓਰ ਦੇ ਵਿੱਚ ਐਜੂਕੇਸ਼ਨ ਤੇ ਹੈਲਥ, ਆਹ ਦੋ ਮੇਰੇ ਏਜੰਡੇ ਤੇ ਅਸੀਂ ਇੱਥੇ ਹੀ ਰਹਿਣਾ। ਮੈਂ ਤੁਹਾਨੂੰ ਅੱਜ ਦੱਸਾਂ, ਆਪਾਂ ਤਾਂ ਪਿੰਡਾਂ 'ਚ ਤੁਹਾਡੇ 'ਚ ਹੀ ਰਹਿਣਾ। ਤੇ ਅੱਜ ਤੱਕ ਤੁਸੀਂ ਦੇਖ ਲਓ, ਤੁਸੀਂ ਮੇਰੇ ਬਿਆਨ ਪੁਰਾਣੇ ਵੀ ਕੱਢ ਲਓ। ਮੈਂ ਨਹੀਂ ਕਹਿੰਦਾ ਕਿ ਅਸੀਂ ਸਾਰੇ ਕੁਝ ਕਰਤੇ ਹੋਣੇ ਆ ਕਿ ਸਾਰੀ, ਜਿਵੇਂ ਕਹਿੰਦਾ ਕਰਪਸ਼ਨ ਕੋਈ ਵੀ ਆ ਜੇ, ਮੈਨੂੰ ਲੱਗਦਾ ਭਾਵੇਂ ਆਪ ਜੀ ਉੱਥੇ ਮੁੱਖ ਮੰਤਰੀ ਬਣ ਜਾਓ, ਥੱਲੇ ਬਹੁਤੇ ਕਰਨੀ ਹੈ ਨਾ, ਘਟ ਸਕਦੀ ਹੈ ਜਾਂ ਕੰਦਰ ਕਰ ਸਕਦੇ ਆ, ਪਰ ਸਿਸਟਮ ਬਦਲ ਲਓ। ਜੇ ਤੁਸੀਂ ਦੇਖ ਲਓ, ਪੰਜਾਬ ਦੇ ਸੰਭਾਵੀ ਮੁੱਖ ਮੰਤਰੀ ਇਹ ਕਹਿ ਰਹੇ ਨੇ ਵੀ ਕਰਪਸ਼ਨ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਖਤਮ ਤਾਂ ਹੋ ਸਕਦੀ ਹੈ ਜੇ ਆਪਾਂ ਕੰਪਿਊਟਰਾਈਜ਼ ਕਰ ਦਈਏ, ਜਿਹੜਾ ਮੈਂ ਤੁਹਾਨੂੰ ਕਿਹਾ ਕਿ 1 ਸਾਲ ਦੇ ਅੰਦਰ ਸਾਰਾ ਕੰਪਿਊਟਰਾਈਜ਼ ਕਰਕੇ ਆਨਲਾਈਨ ਸੇਵਾ ਕੇਂਦਰ, ਪਿੰਡ 'ਚ ਕੇਂਦਰ, ਜਿਹੜਾ ਤੁਸੀਂ ਉੱਥੇ ਪਿੰਡ 'ਚ ਕੇਂਦਰ ਜਾਂ ਸੇਵਾ ਕੇਂਦਰ ਹੈ, ਉੱਥੇ ਕਰਪਸ਼ਨ ਕਿਉਂ ਨਹੀਂ ਸੀ?
ਕਿਉਂਕਿ ਤੁਸੀਂ 10 ਰੁਪਏ ਲਿਖਿਆ 10 ਰੁਪਏ ਫਰਦ ਮਿਲਣੀ ਹੈ 5 ਰੁਪਏ ਟੈਕਸ ਮਿਲਣਾ ਹੈ 7 ਰੁਪਏ ਮਿਲਣਾ ਹੈ, ਉਹ ਨਾਲ ਚ ਕੰਪਿਊਟਰ ਤੁਸੀਂ ਪਾਈ ਜਾਂਦੇ ਸੀ ਤੇ ਉਹ ਨਾਲ ਨਿਕਲੀ ਜਾਂਦਾ ਸੀ। ਪਰ ਇਹਨਾਂ ਨੇ ਬੰਦ ਕਿਉਂ ਕੀਤਾ ਕਾਂਗਰਸ ਨੇ? ਪਰ ਇਹ ਜੀ ਸੁਵਿਧਾ ਕੇਂਦਰ ਹੈ, ਬਸ ਪ੍ਰਧਾਨ ਜੀ ਖੜੇ ਨੇ, ਸੁਵਿਧਾ ਕੇਂਦਰ ਹੈ ਜਿਹੜਾ ਅੱਜ ਤੁਸੀਂ ਕਹਿ ਰਹੇ ਹੋ ਕੰਪਿਊਟਰ ਹੈ, ਪਰ ਸੁਵਿਧਾ ਕੇਂਦਰ ਵਿੱਚ ਸਭ ਤੋਂ ਜ਼ਿਆਦਾ ਕਰਪਸ਼ਨ ਬਹੁਤ ਹੋ ਰਹੀ ਹੈ। ਸੇਵਾ ਕੇਂਦਰ ਜਿਹੜੇ ਪਿੰਡਾਂ ਚ ਉਹਦਾ ਇੱਕ ਬਦਲ ਹੈ ਜਿਹੜਾ ਪਿੰਡ ਚ ਸੇਵਾ ਤੁਹਾਡੀ ਇੰਟਰੈਕਸ਼ਨ ਖਤਮ ਹੋ ਜਾਏ। ਨਹੀਂ ਸੇਵਾ ਕੇਂਦਰ ਪ੍ਰਧਾਨ ਜੀ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਨਾ ਕਿ ਟਿਊਬਲ ਦੇ ਬਿੱਲ ਮਾਫ, ਇਹ ਪੰਜਾਬ ਨੂੰ ਸਿਰਫ ਧੋਖਾ ਕੀਤਾ ਗਿਆ। ਸਾਨੂੰ ਟਿਊਬਲ ਦੇ ਬਿੱਲ ਮਾਫ ਨਹੀਂ ਗਏ, ਕਿਉਂਕਿ ਜਿਹੜੀ ਇਹ ਤੁਹਾਡਾ ਰੇਟ ਤੈਅ ਕਰਨ ਵਾਲਾ ਟ੍ਰਿਬਿਊਨਲ ਹੈ ਜਿਹੜਾ ਕੇਂਦਰ ਦੇ ਹੱਥ 'ਚ ਰੇਟ ਤੈਅ ਕਰਨ ਵਾਲਾ ਟ੍ਰਿਬਿਊਨਲ ਜਦੋਂ ਰੇਟ ਤੈਅ ਕਰਦਾ ਹੈ ਤਾਂ ਸਾਡਾ ਜਿਹੜਾ ਸੱਚਾਈ ਦਾ ਖਰਚਾ ਹੈ ਉਹਨੂੰ ਜ਼ੀਰੋ ਮੰਨਦਾ ਹੈ ਤੇ ਜ਼ੀਰੋ ਮੰਨ ਕੇ ਸਾਡਾ ਉਹਦੇ ਵਿੱਚ ਕੋਈ ਮਤਲਬ ਖਰਚਾ ਨਹੀਂ ਪਾਉਂਦਾ ਜਦੋਂ ਰੇਟ ਸਾਡਾ ਬਣਦਾ। ਜੇ ਸਾਡਾ ਫਸਲ ਦਾ ਰੇਟ ਬਣਨ ਦੇ ਟਾਈਮ ਤੇ ਸਾਡਾ ਸਿੰਚਾਈ ਦਾ ਖਰਚਾ ਉਹਦੇ ਵਿੱਚ ਲਿਖਿਆ ਜਾਵੇ ਕਿ ਇੰਨਾ ਡੀਜ਼ਲ ਇੰਨਾ ਬਿੱਲ, ਮੇਰੀ ਸਿਰਫ ਪੰਜਾਬ ਦੇ ਵਿੱਚ ਨਹੀਂ ਮਤਲਬ ਜੇ ਉਹ ਹੋਵੇ ਤਾਂ ਸਾਡਾ ਮਤਲਬ ਇਹ ਆ ਕਿ ਉਹ ਨਾ ਸਾਡਾ ਰੇਟ ਵੱਧ ਵੱਜੇ। ਨਹੀਂ ਉਹ ਗੱਲ ਕੀ ਹੈ, ਟਿਊਬਲ ਦੇ ਬਿੱਲ ਮਾਫ ਕਰਨੇ ਸੂਬੇ ਦੇ ਹੱਥ 'ਚ ਹੈ, ਹਾਂ MSP ਦੇਣਾ ਸੈਂਟਰ ਦੇ ਹੱਥ 'ਚ ਹੈ। ਹਾਂ ਆ ਜਿਹੜਾ ਗੱਲ ਕਰ ਰਹੇ ਹੋ ਕਿ ਸੈਂਟਰ ਤੁਹਾਡੀ ਸਿੰਚਾਈ ਦਾ ਖਰਚਾ ਨਹੀਂ ਲੈਂਦਾ, ਹਾਂ ਉਹ ਆਪਾਂ ਸੈਂਟਰ ਨਾਲ ਲੜਾਈ ਲੜਨੀ। ਪਰ ਤੁਸੀਂ 7 ਸਾਲਾਂ ਚ ਕੀਤੀ ਨਹੀਂ ਕਦੇ ਗੱਲ। ਆ ਜਿਹੜਾ ਰੌਲਾ ਪਾਇਆ ਉੱਥੇ ਜਿਹੜਾ ਅਸੀਂ ਤੁਸੀਂ ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਅਕਾਲੀ ਦਲ ਜੇ ਇਕੱਲੀ ਸੱਤਾ ਵਾਸਤੇ ਲੜਦਾ ਨਾ 16 ਸਾਲ, ਤੁਹਾਡੇ ਬਜ਼ੁਰਗ ਵੀ ਬਲਾ ਹੋਣੇ ਆ, ਸਾਰਿਆਂ ਦੇ ਬਜ਼ੁਰਗ ਆਪਾਂ ਅੱਜ ਤੱਕ ਚਲੋ ਮੈਨੂੰ ਮੁੱਖ ਮਿਲਿਆ। ਅਸਲੀ ਮੈਂ ਤੁਹਾਨੂੰ ਅੱਜ ਦੱਸਾਂ, ਤੁਸੀਂ ਕਾਂਗਰਸ ਦੇਖ ਲਓ, ਤੁਸੀਂ ਕੋਈ ਆਮ ਆਦਮੀ ਹੈ ਫॉर एग्जांपल, उनको दिल्ली क्यों नहीं ट्यूबवेलों के बिल माफ किए? ਉੱਥੇ ਬਿੱਲ ਲੱਗਦੇ ਆ। ਪਰ ਇਹ ਆ ਚਲੋ ਸਾਰੇ ਤੁਹਾਡੇ ਫੋਲੋਵਰ ਵੀ ਕਹਿ ਰਹੇ, ਗੱਲ ਇਹ ਆ ਤੁਸੀਂ ਇਹ ਗੱਲ ਮੰਨਦੇ ਹੋ ਕਿ 74 ਸਾਲਾਂ ਚ ਪੰਜਾਬ ਨੂੰ ਇਸ ਕਾਬਲ ਨਹੀਂ ਕੀਤਾ ਗਿਆ ਜਿੰਨੀਆਂ ਵੀ ਪਾਰਟੀਆਂ ਨੇ ਰਾਜ ਕੀਤਾ ਹੈ ਕਿ ਉਹ ਸਰਕਾਰੀ ਬਿਜਲੀ ਜਿਹੜੀ ਕਿਸਾਨਾਂ ਨੂੰ ਦੇ ਸਕਣ ਜਾਂ ਲੋਕਾਂ ਨੂੰ। ਸਰਕਾਰੀ ਤੁਸੀਂ ਕਹਿ ਰਹੇ ਹੋ ਕਿ ਪ੍ਰਾਈਵੇਟ ਉਹਨੂੰ ਨਹੀਂ ਮੰਨ ਰਹੇ ਹੋ। ਸਰਕਾਰੀ ਪ੍ਰਾਈਵੇਟ ਇੱਕ ਮਿੰਟ ਸਰਕਾਰੀ ਬਿਜਲੀ ਆ, ਸਾਰੀ ਬਿਜਲੀ ਸਰਕਾਰੀ ਆ, ਕੋਈ ਪ੍ਰਾਈਵੇਟ ਨਹੀਂ ਆ। ਆ ਜਿਹੜੇ ਥਰਮਲ ਪਲਾਂਟ ਆ ਵੀ ਸਰਕਾਰੀ ਹੈ, ਕੋਈ ਪਰ ਪੈਸਾ ਤਾਂ ਨਿੱਜੀ ਲੱਗਾ ਹੋਇਆ ਨਾ ਇਹਨਾਂ ਤੇ। ਹੁਣ ਚਲੋ ਕੋਈ ਪੈਸਾ ਜੇ ਫॉर एग्जांपल ਤੁਸੀਂ ਠੇਕੇ ਤੇ ਦੇ ਦਿਓ ਕੋਈ ਜ਼ਮੀਨ ਤਾਂ ਤੁਹਾਡੀਆਂ ਤੁਸੀਂ ਠੇਕੇ ਇੱਕ ਦਿਨ ਵਾਸਤੇ ਦਿੱਤੀ ਹੈ। ਆ ਪ੍ਰਾਈਵੇਟ ਉਹ ਚੀਜ਼ ਹੁੰਦੀ ਹੈ ਜੇ ਮਾਲਕ ਕਿਤੇ ਮਰਜ਼ੀ ਵੇਚ ਲੇ ਕਿ ਜੇ ਇਹ ਤਾਂ ਕੋਈ ਸ਼ਰਤਾਂ ਨੇ ਕਿ ਬਿਜਲੀ ਜਿਹੜੀ ਉਹ ਪੰਜਾਬ ਨੂੰ ਹੀ ਵੇਚੇਗਾ, ਉਹਦੇ ਨਾਲ ਕੀ ਹੈ? ਇਹ ਤਾਂ ਸ਼ਰਤ ਹੈ ਨਾ ਇੱਕ। ਸਾਡੇ ਕੋਲੇ ਨਹੀਂ, ਸਾਡੇ ਕੋਲ ਨਹੀਂ, ਮੇਰੀ ਗੱਲ ਨਹੀਂ ਪੈਸੇ ਤਾਂ ਦੇਣੇ ਪੈਂਦੇ ਨਾ ਉਸ ਰੋਡ ਤੇ। ਉਦੋਂ ਤੱਕ ਹੀ ਹੈ। ਮੈਂ ਤੁਹਾਨੂੰ ਅੱਜ ਦੱਸਾਂ ਸਾਡੇ ਕੋਲੇ ਚਾਰਾ ਕੀ ਸੀ, ਜਾਂ ਤਾਂ 30,000 ਕਰੋੜ ਰੁਪਏ ਲਿਆਓ ਤੇ ਆਪਣੇ ਬਿਜਲੀ ਪਲਾਂਟ ਲਾਓ 30,000 ਕਰੋੜ, ਨਹੀਂ ਤਾਂ ਬਿਜਲੀ ਦੇ ਕੱਟ ਲੱਗਣਗੇ, 4 ਘੰਟੇ ਬਿਜਲੀ ਆਊਗੀ। ਸਾਡਾ ਮਕਸਦ ਸੀ ਪਹਿਲੇ ਬਿਜਲੀ ਦਈਏ ਤੁਹਾਨੂੰ, ਕਿਸਾਨ ਨੂੰ, ਗਰੀਬ ਨੂੰ ਬਿਜਲੀ ਦਈਏ। ਸਾਡੇ ਕੋਲ 40,000 ਕਰੋੜ ਹੈ ਨਹੀਂ ਸੀ ਲਾਉਣ ਨੂੰ, ਕਿਉਂਕਿ ਆਪਾਂ 7,000 ਕਰੋੜ ਤੱਕ ਕਿਸਾਨਾਂ ਦੇ ਬਿੱਲ ਭਰਦੇ ਹਾਂ ਬਿਜਲੀ ਦੇ। ਤਾਂ ਸਾਨੂੰ ਕਿਹਾ ਸੀ ਕਿ ਅਸੀਂ ਉਹ ਪੈਸੇ ਲਾਉਣ, ਅਸੀਂ ਲਵਾਂਗੇ ਬਿਜਲੀ, ਉਹ ਵੇਚ ਨਹੀਂ ਸਕਦੇ। ਪਰ ਮਾਫੀ ਚਾਹਣਾ ਤੁਹਾਡੇ ਐਮਐਲਏ ਬਹੁਤ ਅਮੀਰ ਹੈ, 40,000 ਕਰੋੜ ਮੈਂ ਕਰ ਲੂੰਗਾ। ਚਲੋ ਠੀਕ ਹੈ ਜੀ, ਇਹ ਸਾਡਾ ਕਰਪਸ਼ਨ ਵਾਲਾ ਸਵਾਲ ਹੈ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਭਾਰਤੀ ਕਿਸਾਨ ਏਕਤਾ ਟਿਕਾਉਂਦਾ ਜਿੰਦਾਬਾਦ, ਉਹ ਲਾ ਲਓ ਕਵਰ, ਲਾ ਲਓ ਕਵਰ, ਲਾ ਲਓ ਧੱਕਾ ਨਾ ਮਾਰਿਓ ਆਰਾਮ ਨਾਲ ਲਾ ਲਓ ਹੋ ਜਾਓ। ਪਿੱਛੇ ਕਰ ਲਓ ਵੀਰੇ। ਸਾਰਿਆਂ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਸਾਡਾ ਸੰਯੁਕਤ ਮੋਰਚੇ ਦਾ ਜੋ ਫੈਸਲਾ ਹੈ, ਅਸੀਂ ਉਸ ਫੈਸਲੇ ਦੀ ਪਾਲਣਾ ਕਰਨ ਲਈ ਬੰਨੇ ਹੋਏ ਹਾਂ। ਅਸੀਂ ਮਤਲਬ ਵੱਧ ਤਾਂ ਵੀ ਅਸੀਂ ਉਹਦਾ ਲਾਗੂ ਕਰੀਏ। ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਹੈ ਕਿ ਇਹਨਾਂ ਦਾ ਬੀਜੇਪੀ ਦੀ ਤਰ੍ਹਾਂ ਵਿਰੋਧ ਨਹੀਂ ਕਰਨਾ, ਇਹਦੀ ਬਜਾਏ ਇਹ ਆ ਕਿ ਇਹਨਾਂ ਨੂੰ ਜੋ ਲੋਕਾਂ ਦੀਆਂ ਮੰਗਾਂ, ਮਸਲੇ, ਸਵਾਲ ਨੇ ਉਹ ਕਰੋ। ਸੋ ਅਸੀਂ ਅੱਜ ਇੱਥੇ ਕੋਈ ਇਹਦਾ ਵਿਰੋਧ ਕਰ ਨਹੀਂ ਸਕਦੇ। ਸਾਡਾ ਜਿਹੜਾ ਸਵਾਲ ਬਣਦਾ ਸੀ ਅਸੀਂ ਉਹ ਸਵਾਲ ਕਰਨਾ ਹੈ ਨਾ, ਜਿਨ੍ਹਾਂ ਚੋਂ ਇੱਕ ਵੀ ਸਾਡੀ ਗੱਲ ਦਾ ਜਵਾਬ ਹੈ ਜਿਹੜਾ ਸੁਖਬੀਰ ਸਿੰਘ ਬਾਦਲ ਨਹੀਂ ਦੇ ਸਕਿਆ। ਕਿਹੜੇ ਸਵਾਲ ਕੀਤੇ
ਸਵਾਲ ਸਾਡਾ ਸਾਰਿਆਂ ਤੋਂ ਪਹਿਲਾਂ ਤਾਂ ਇਹ ਸੀ ਕਿ ਜਿਹੜੇ ਇਹ ਕਾਨੂੰਨ ਬਣੇ ਨੇ ਇਹਨਾਂ ਕਾਨੂੰਨਾਂ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਦੋਹਰਾ ਮਾਪਦੰਡ ਪਹਿਲਾਂ ਇਹਨਾਂ ਦੇ ਹੱਥ ਕੀਤੀ ਹੈ, ਪਰ ਜਦੋਂ ਉਹਦਾ ਨਹੀਂ ਚਾਰਾ ਚੱਲਿਆ ਲੋਕ ਇੰਨੇ ਤਗੜੇ ਹੋ ਗਏ ਮਜਬੂਰੀ ਵਾਸਤੇ ਉਹਨਾਂ ਸਿੱਖਾ ਦਿੱਤਾ ਤੇ ਜਿੰਨੀ ਕਰਪਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਸ਼ਾਇਦ ਚੁੱਕਿਆ ਨਾ ਕੀਤੀ ਉਹਦੇ ਤੋਂ ਕਹਿ ਗਿਆ ਕਿ ਕੋਈ ਨਹੀਂ ਅਸੀਂ ਠੱਲ ਪਾਵਾਂਗੇ, ਪਰ ਉਹ ਮੰਨੇ ਨੇ ਕਿ ਸਾਡੇ ਲੀਡਰਾਂ ਨੇ ਕਰਪਸ਼ਨ ਵਾਧੂ ਕੀਤੀ। ਜਿੰਨੇ ਇਹਨਾਂ ਨੇ ਬਿਜਲੀ ਸਮਝੌਤੇ, ਸਿੱਖਿਆ ਨਾਲ ਸੰਬੰਧਿਤ ਸਮਝੌਤੇ, ਹੋਰ ਲੋਕ ਸੇਵਾਵਾਂ ਨਾਲ ਸੰਬੰਧਿਤ ਸਮਝੌਤੇ ਨੇ, ਉਹਨਾਂ ਦੀ ਗੱਲ ਕੀਤੀ ਵੀ ਉਹਨਾਂ ਤੋਂ ਬਾਹਰ ਆਓਗੇ, ਉਹ ਸਪਸ਼ਟ ਕਹਿ ਰਹੇ ਨੇ ਵੀ ਸਾਡੇ ਕੋਲ ਬਸ ਨਹੀਂ ਉਹਨਾਂ ਤੋਂ ਬਾਹਰ ਆਓਗੇ। ਸੋ ਇਹ ਜਿਹੜੀਆਂ ਸਾਡੀਆਂ ਕੁਝ ਇਸ ਤਰ੍ਹਾਂ ਦੇ ਸਵਾਲ ਸੀ ਜਿਨ੍ਹਾਂ ਦਾ ਜਵਾਬ ਉਹਨਾਂ ਕੋਲ ਹੈ ਨਹੀਂ, ਜਿਹੜੇ ਉਹਨਾਂ ਨੇ ਜਵਾਬ ਕਿਸੇ ਦਾ ਵੀ ਜਵਾਬ ਨਹੀਂ, ਜਿਹੜੇ ਜਵਾਬ ਦਿੱਤੇ ਉਹਨਾਂ ਤੋਂ ਤੁਸੀਂ ਖੁਸ਼ ਹੋ? ਨਹੀਂ ਜੀ, ਉਹਨਾਂ ਚੋਂ ਕਿਸੇ ਦਾ ਜਵਾਬ ਦਿੱਤਾ ਹੀ ਨਹੀਂਗਾ। ਲੀਡਰਾਂ ਦੀ ਗੱਲ ਹੈ, ਗਰਮੀ ਹੈ, ਗਰਮੀ ਚੋਂ ਖੜ ਨਹੀਂ ਸਕਦੇ, ਅਸੀਂ ਤਾਂ ਕਿਸਾਨਾਂ ਦੇ ਪੁੱਤਾਂ ਖੜ ਸਕਦੇ ਹਾਂ, ਗਰਮੀ ਚੋਂ ਖੜ ਨਹੀਂ ਸਕਦੇ, ਉਹਨਾਂ ਦੇ ਜਵਾਬ ਨਹੀਂ, ਬਲਕਿ ਜਿਹੜੀਆਂ ਰੱਟੀਆਂ ਰਟਾਈਆਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਕਿ ਇਹ ਕੀਤਾ ਮੰਡੀ ਕੀਤੀ, ਉਹ ਆਪਦੀਆਂ ਗੱਲਾਂ ਬੋਲ ਕੇ ਗਏ ਤੇ ਸਾਡੇ ਸਵਾਲਾਂ ਦੇ ਜਵਾਬ ਉਹਨਾਂ ਨਹੀਂ ਦਿੱਤੇ। ਅਸੀਂ ਬਿਲਕੁਲ